ਵਾਲੇਕੁਮ ਜੀ, ਕੀ ਹਾਲ ਆ ਵੀਰਾਂ ਦਾ? ਠੀਕ ਠਾਕ ਹੋ? ਸ਼ਬਾਜ਼ ਭਾਈ ਸਾਡੇ ਕੋਲ ਦਫ਼ਤਰ ਦੇ ਵਿੱਚ ਆਏ ਆ ਤੇ ਕੁਝ ਗੱਲਾਂ ਸਾਡੀਆਂ ਜਿਹੜੀਆਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਨੂੰ ਮੁਕੰਮਲ ਕਰਨ ਲਈ। ਤੇ ਸਭ ਤੋਂ ਪਹਿਲੇ ਸ਼ਬਾਜ਼ ਵੀਰੇ ਦੇ ਨਾਲ ਸਲਾਮ ਲੈਣੇ। ਵੀਰ ਜੀ ਅਸਲਾਮ ਵਾਲੇਕੁਮ। ਅੱਛਾ ਮੈਨੂੰ ਇਹ ਦੱਸੋ ਵੀ ਆਪਾਂ ਹੁਣ ਜੇ ਤੁਹਾਨੂੰ ਥੱਲੇ ਲਾਈਏ ਉੱਤਰ ਸਕਦੇ ਰਕਸ਼ੇ ਦੇ ਥੱਲੇ? ਕਿਉਂ ਨਹੀਂ ਉੱਤਰ ਸਕਦੇ? ਮੇਰੀ ਇੱਕ ਤਾਂ ਆਹ ਲੱਤ ਜਿਹੜੀ ਆ ਨਾ, ਹਾਂ ਇੱਥੋਂ ਮੋਢੇ ਕੱਚੀ ਆ ਤੇ ਇਹ ਇਸ ਤਰ੍ਹਾਂ ਦੀ ਲੱਗੀ ਆ। ਅੱਛਾ, ਤੇ ਦੂਸਰੇ ਨੰਬਰ ਮੇਰੇ ਜਿਹੜੇ ਆ ਗੋਡੇ ਆ ਨਾ, ਇਹ ਨਹੀਂ ਬਿਲਕੁਲ ਸਿੱਧੇ ਨਹੀਂ ਹੁੰਦੇ। ਮੋਟਰਸਾਈਕਲ ਤੇ ਬਹਿ ਸਕਦੇ ਆ? ਬਹਿ ਜਾਂਦਾ ਜੇ ਪਿੱਛੇ ਕੋਈ ਫੜ ਕੇ ਬੈਠੇ ਯਾਨੀ ਪਿੱਛੋਂ ਫੜ ਕੇ ਬੈਠੇ ਤੇ ਫੇਰ ਬਹਿ ਸਕਣਾ। ਫੇਰ ਬੈਠਾ। ਅੱਛਾ ਹੁਣ ਇਹ ਦੱਸਣਾ ਮੇਰੇ ਵੀਰੇ ਨੇ ਮਸਲਾ ਕੀ ਬਣਿਆ ਸੀ? ਲੱਤਾਂ ਬਚਪਨ ਦੀਆਂ ਇਸ ਤਰ੍ਹਾਂ ਆ, ਕੀ ਐਸਾ ਮਸਲਾ ਬਣਿਆ? ਬਾਅਦ ਚ ਹੀ ਕੋਈ ਮਸਲਾ ਬਣਿਆ, ਕੋਈ ਆ ਪੱਠੇ ਨੂੰ ਮਸਲਾ ਵਾ, ਸਮਝ ਨਹੀਂ ਆਉਂਦੀ ਭਾਈ। ਚਾਹੇ ਉਹ ਸਰ ਮੋਟਰ ਕਰਵਾਈਆਂ, ਆਪਣੇ ਸਿਰ ਤੇ ਹੀ ਕਰਾਇਆ, ਕਿਸੇ ਨੇ ਮੈਨੂੰ ਖੜਿਆ ਨਹੀਂ। ਨਹੀਂ ਐਕਸੀਡੈਂਟ ਕਿੱਦਾਂ ਹੋਇਆ ਜਿਹੜੀ ਲੱਤ ਟੁੱਟੀ ਆ ਕਿ ਆਪੇ ਟੁੱਟ ਗਈ? ਇਵੇਂ ਮੈਂ ਕਸ਼ਮੀਰ ਕੰਮ ਕਰਦਾ ਸੀ, ਪਹਿਲਾਂ ਠੀਕ ਤੁਰਦੇ ਸੀ? ਹਾਂ ਤੇ ਉਦੋਂ ਮੈਂ ਯਾਨੀ ਕਿ ਸਿਲਾਈ ਦਾ ਕੰਮ ਕਰਦਾ ਸੀ, ਪੈਰਾਂ ਭਰ ਬਹਿ ਕੇ ਨਾ ਰੇੜ ਲੈਂਦਾ। ਅੱਛਾ। ਤੇ ਉਹ ਉੱਥੇ ਗਿਰਿਆ, ਰਕਸ਼ੇ 'ਚ ਪਿੱਛੇ ਬੈਠਾ ਸੀ, ਚੜਾਈ ਸੀਗੀ, ਉਹਨੇ ਜ਼ੋਰ ਲਵਾਇਆ, ਰਕਸ਼ਾ ਚੱਕਿਆ। ਅੱਛਾ। ਉਹ ਗਿਰਿਆ, ਮੇਰਾ ਪੱਟ ਟੁੱਟ ਗਿਆ। ਫਿਰ ਉਹਨਾਂ ਦੇ ਵਿੱਚ ਅੱਛਾ ਉਹਨਾਂ ਦੇ ਵਿੱਚ। ਅੱਛਾ ਉਹਨਾਂ ਨੇ ਉੱਥੇ ਮੈਨੂੰ ਕਿਹਾ ਵੀ ਭਾਈ ਕਹਿੰਦੇ ਇੱਥੇ ਆ ਜਾ। ਉਹ ਭਾਈ ਵੱਡਾ ਇੱਕ ਉਹਨੇ ਮੈਨੂੰ ਇੱਥੇ ਲਿਆਂਦਾ, ਇੱਥੇ ਰੈਫਰ ਕੀਤਾ, ਯਾਨੀ ਕਿ ਕਹਿੰਦੇ ਰਾਡ ਰੂਡ ਪਾਵਾਂਗੇ। ਤੇ ਉਹ ਰਾਡ ਫਿਰ ਕੋਈ ਨਹੀਂ ਪਾਇਆ, ਯਾਨੀ ਕਿ ਛੁੱਟੀ ਦੇ ਦਿੱਤੀ, ਕਦੀ ਕੁਛ ਕਦੀ ਕੋ ਕਹਿੰਦੇ ਪ੍ਰਾਈਵੇਟ ਕਰਵਾ ਲਓ, ਉਹਨਾਂ ਅਫੋਰਡ ਕਰਨੀ ਮੈਂ ਸਕਦਾ। ਤੇ ਉਹ ਉੱਤੇ ਹੀ ਲੱਗੀ ਆ ਜੀ। ਫਿਰ ਘਰ ਦੀ ਜਿੰਨੀ ਲੱਗੀ ਆ ਕੱਟੀ ਹੋਈ ਆ, ਉਹਦੇ ਤੇ ਕਰਾ ਦਿੱਤੀ ਆ ਤੇ ਛੋੜ ਦਿੰਦੀ। ਅੱਛਾ ਸ਼ਬਾਜ਼ ਭਾਈ ਮੈਨੂੰ ਇਹ ਤੁਸੀਂ ਦੱਸਣਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਮਹਿਕੂਮੀ ਚ? ਚਲੋ ਪਹਿਲੇ ਤਾਂ ਤੁਸੀਂ ਸਰਵਾਈਵ ਕਰ ਰਹੇ ਸੀ। ਇਹਨੂੰ 16 ਸਾਲ ਹੋ ਗਏ। 16 17 ਸਾਲ? ਹਾਂਜੀ ਬਾਈ। ਕਸ਼ਮੀਰ ਜਦੋਂ ਤੁਸੀਂ ਗਏ ਜੋ ਚੂੜਾ ਤੱਕ 16 17 ਸਾਲ ਹੋ ਗਏ? ਨਹੀਂ ਇਹ ਕਰੋਨਾ ਦੇ ਵਿੱਚ ਲੱਤ ਬਣੀ ਦੀ ਲੱਤ ਲਾ ਤੇ ਉਦੋਂ ਮਜ਼ਦੂਰੀ ਜਿਹੜੀ ਬਣੀ ਆ ਨਾ, ਉਹ 16 17 ਸਾਲ ਹੋ ਗਏ। ਅੱਛਾ ਇਹ ਜਿਹੜਾ ਕਰੋਨਾ ਇਹ ਕਿੰਨੀ ਦੇਰ ਹੋ ਗਈ ਅੰਦਾਜ਼ਾ? ਇਹ ਤਾਂ ਤਕਰੀਬਨ 5-6 ਸਾਲ ਹੋ ਗਏ। ਪ੍ਰਾਰ ਸਾਲ ਦੀ ਚੱਲ ਮਤਾ ਇਸ ਤੋਂ ਹੋਇਆ। ਅੱਛਾ 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 5-6 ਸਾਲ ਹੋ ਗਏ। ਹਾਂਜੀ। ਇਹਨਾਂ 5-6 ਸਾਲਾਂ ਦੇ ਵਿੱਚ ਭਾਈ ਇਹਨਾਂ 5-6 ਸਾਲਾਂ ਚ ਮੈਂ ਐਸੇ ਦੁੱਖ ਵੇਖੇ ਆ ਕਹਿੰਦੇ ਤੁਸੀਂ ਲਾ ਕੇ ਚੈੱਕ ਕਰੋ। ਤੇ ਮੇਰੇ ਲਾਗੇ ਲੱਗਿਆ, ਮੇਰੇ ਕੋਲ ਬਹਿ ਨਹੀਂ ਹੁੰਦਾ ਸੀ। ਤਕਰੀਬਨ ਅੱਧਾ ਘੰਟਾ ਮੈਂ ਏਦਾਂ ਬਹਿ ਜਾਵਾਂ ਨਾ ਤੇ ਮੇਰੇ ਅੱਗ ਲੱਗ ਜਾਂਦੀ ਹੈ, ਮੇਰੇ ਕੋਲ ਬਹਿ ਨਹੀਂ ਹੁੰਦਾ। ਮੈਂ ਲੇਟਣਾ, ਫਿਰ ਮੇਰੇ ਕੋਲ ਲੇਟਿਆ ਜਾਵਾਂ ਤਾਂ ਮੇਰੇ ਕੋਲ ਆਪਣੇ ਆਪ ਸਿੱਧਾ ਨਹੀਂ ਹੋਣਾ। ਯਾਨੀ ਕਿ ਮੇਰੀ ਕੰਡੀਸ਼ਨ ਬਹੁਤ ਖਰਾਬ ਹੋਈ ਦਿਨ ਬ ਦਿਨ, ਯਾਨੀ ਕਿ ਵੀਕਨੈਸ ਬਹੁਤ ਹੋਈ ਜਾਂਦੀ ਆ, ਯਾਨੀ ਕਿ ਬਹੁਤ ਜ਼ਿਆਦਾ। ਅੱਛਾ ਹੁਣ ਮੈਨੂੰ ਇਹ ਵੀ ਮੇਰਾ ਭਰਾ ਦੱਸੇ ਕਿ ਸਾਡੇ ਕੋਲ ਕੀ ਚਾਹੁੰਦਾ ਸੀ ਜਿਹੜਾ ਵੀਰੇ ਨੇ ਸਾਨੂੰ ਕਾਲ ਕੀਤੀ ਸੀ, ਅਸੀਂ ਗਏ ਆ, ਸਾਡੇ ਕੋਲ ਕੀ ਚਾਹੁੰਦਾ ਸੀ? ਉਹ ਤਾਂ ਗੱਲ ਹੀ ਨਹੀਂ ਪੁੱਛ ਹੋਈ ਕਿ ਚਾਹੁੰਦਾ ਕੀ ਕਰਨਾ ਕੀ ਅਗਲਾ ਭਾਈ ਸਟੈਪ ਕੀ ਕਰਨਾ ਹੈ। ਇੱਕ ਤਾਂ ਵਾਸ਼ਰੂਮ ਤੋਂ ਤੁਸੀਂ ਦੱਸਤਾ ਵੀਡੀਓ ਦੇ ਵਿੱਚ। ਵੀਡੀਓ ਵਾਸ਼ਰੂਮ ਮੈਂ ਤੁਹਾਨੂੰ ਦੱਸ ਦਿੱਤਾ ਬਈ, ਛੋਟੇ ਬੱਚੇ ਆ ਮੇਰੇ। ਬੱਚੇ ਮੈਂ ਇਹ ਸੋਚਦਾ ਕਿ ਮੇਰੇ ਕੋਲ ਕੋਈ ਇੰਨਾ ਮੈਂ ਯਾਰ ਜਿਹੜਾ ਕਿਸੇ ਦੇ ਰੋਜ਼ ਜਿਹੜਾ ਮੈਨੂੰ ਯਾਨੀ ਕਿ ਕਿਸੇ ਦੇ ਮੋਗੇ ਹੱਥ ਕਰਨ ਨਾਲੋਂ ਨਾ ਕੋਈ ਕਾਰੋਬਾਰ ਹੋ ਜਾਵੇ, ਠੀਕ ਆ। ਮੈਂ ਆਪਣੇ ਬੱਚਿਆਂ ਨੂੰ ਕਮਾ ਕੇ ਖਵਾ ਸਕਦਾ। ਕੀ ਕਰਨਾ ਚਾਹੁੰਦੇ ਤੁਸੀਂ ਬਾਈ? ਜਿੱਦਾਂ ਦਾ ਕੋਈ ਤੁਸੀਂ ਕਾਰੋਬਾਰ ਮੈਨੂੰ ਬਣਾ, ਤੁਸੀਂ ਦੱਸੋ ਨਾ ਕੀ ਕਰ ਸਕਦੇ? ਮੈਂ ਉਦਾਂ ਉੱਥੇ ਘਰ ਹੀ ਬਣਾਇਆ ਹੋਇਆ, ਉਹ ਤੁਹਾਨੂੰ ਦਿਖਾਏ ਸੀ ਵੀ ਪਾਪੜ, ਡੱਬੇ ਡੁੱਬੇ ਜੇ ਰੱਖੇ 2-4? ਬਸ ਉਹੀ ਮੱਛੀਆਂ ਟਾਫੀਆਂ ਜਿਹੀਆਂ ਰੱਖੀਆਂ ਵਾ। ਅੱਛਾ। ਤੇ ਕਰਿਆਨੇ ਦੀ ਦੁਕਾਨ ਉੱਥੇ ਮੇਰੇ ਲਾਗੇ ਤੇ ਹੈ ਨਹੀਂ, ਥੋੜੇ ਪਰੇ ਹੁਣ ਨਵੀਂ ਬਣ ਗਈ ਆ। ਤੇ ਉਹ ਵੀ ਜੇ ਉੱਥੇ ਬਣਾਵਾਂ ਨਾ ਤੇ ਉੱਥੇ ਫਿਰ ਘਰ ਹੋਈ ਆ ਤਕਰੀਬਨ 6-7 ਪੈਂਦੇ ਆ। ਯਾਨੀ ਕਿ ਕਿਤੇ ਹੋਰ ਮੁਤਬਾਦਲ ਜਗ੍ਹਾ ਹੋਵੇ ਨਾ, ਯਾਨੀ ਕਿ ਮਿਲ ਜੇ ਤੇ ਫਿਰ ਇਹ ਆ ਕਿ ਕਿਤੇ ਪਿੰਡ ਥਾਂ ਸ਼ਹਿਰ ਚ ਲੱਭੇ, ਕਿਤੇ ਪਿੰਡ ਥਾਂ ਤੇ ਹੋ ਜਾਵੇ। ਚਲੋ ਇਹ ਆ ਕਿ ਬੰਦਾ ਉੱਥੇ ਮੈਂ ਨਾਲ ਸਿਲਾਈ ਦਾ ਵੀ ਥੋੜਾ ਬਹੁਤਾ ਜਿੰਨਾ ਕੁ ਮੇਰੇ ਕੋਲ ਹੋ ਸਕੇ ਮੈਂ ਕਰ ਸਕਦਾ। ਇਹ ਨਹੀਂ ਕਿ ਮੈਂ ਕਹਿਣਾ ਕਿ ਮੈਨੂੰ ਹੁਣ ਬਸ ਆ ਲੱਭ ਗਿਆ ਤਾਂ ਮੈਂ ਇਹੀ ਕਰਨਾ। ਨਹੀਂ, ਮੈਂ ਆਪਣਾ ਨਾਲ ਸਿਲਾਈ ਦਾ ਵੀ ਜਾਰੀ ਰੱਖਣਾ। ਅੱਛਾ ਵੀ ਚਲੋ ਹੱਥ ਪਾਇਆ ਆ ਭਾਈ, ਮੇਰਾ ਜਦੋਂ ਵੀ ਲੱਤ ਟੁੱਟੀ ਆ ਮੇਰਾ ਬਾਹਰ ਇੱਥੋਂ ਉੱਤੇ ਵੀ ਲੱਤ ਹਾਂ ਇਹ ਹੱਥ ਆ, ਇਹਦੇ ਨਾਲ ਹੀ ਮੈਂ ਕਟਿੰਗ ਕਰਦੀ ਆ ਸਾਰਾ ਕੁਝ। ਇਹ ਪਰਲਾ ਹੱਥ ਵੀ ਨਹੀਂ ਹਿਲਦਾ? ਇਹ ਹੁਣ ਇਹ ਹੁਣ ਲੱਤਾਂ ਦੋਨਾਂ ਦਾ ਮਸਲਾ, ਇੱਕ ਬਾਜ਼ੂ ਦਾ ਮਸਲਾ? ਹਾਂਜੀ, ਸਿਰਫ ਇੱਕ ਬਾਜ਼ੂ ਚੱਲ ਰਿਹਾ। ਮੇਰੀ ਲੱਤ ਜਿਹੜੀ ਆ ਨਾ ਕੋਈ ਇਹ ਐ ਜਿੱਦਾਂ ਇੱਥੇ ਸੀ ਬਸ ਰਹੀ, ਯਾਨੀ ਕਿ ਫੁੱਲ ਪੂਰੇ ਰੋਟੀ ਮੈਂ ਤੁਹਾਨੂੰ ਦੱਸ ਆ ਲੱਤ ਥੋੜੀ ਜਿਹੀ ਆਪਣੇ ਆਪ
ਦੇਖੀ ਵਿੱਚੋਂ ਇਹਨਾਂ ਕੱਢਦੀ ਜੋੜ, ਇਹ ਆ ਦੇਖੋ ਇਸ ਤੋਂ ਅੱਗੇ ਨਹੀਂ ਜਾਂਦੀ ਬਈ, ਇੰਨੀ ਸਿੱਧੀ ਹੋਣੀ ਹੈ। ਬਸ ਸਾਈਡ ਵੀ ਆ ਉਹ ਮੇਰੀ ਵਾਈਫ ਨੇ ਰਾਤ 3-4 ਦਫਾ ਯਾਨੀ ਕਿ ਮੇਰੀ ਚੇਂਜ ਕਰਾਣੀ ਆ, ਮੈਂ ਉਹਨੂੰ ਆਵਾਜ਼ ਦੇਣੀ ਹੁੰਦੀ ਮੇਰੀ ਸਾਈਡ ਚੇਂਜ ਕਰਾ ਜਾ, ਆਪਣੇ ਆਪ ਨੂੰ ਸਾਈਡ ਹੀ ਨਹੀਂ ਚੇਂਜ ਹੁੰਦੀ। ਯਾਨੀ ਪਾਸਾ ਬੀਵੀ ਨੇ ਦਵਾਉਣਾ। ਹਾਂਜੀ अल्लाह ने तेरे जीवन साथी अच्छा देता है, बस यही ਗੱਲ ਆ ਜੀ। ਘਰ ਬਣਾਇਆ ਨਾ ਹੁਣ ਅਸੀਂ ਤੁਹਾਡੇ ਲਈ ਕੀ ਕਰੀਏ, ਇੱਕ ਵਾਸ਼ਰੂਮ ਦਾ ਕਰੀਏ। ਇੱਕ ਵਾਸ਼ਰੂਮ ਜਿਹੜਾ ਮੇਰੇ ਨੰਬਰ ਜਿਹੜਾ ਬਾਕੀ ਪਹੁੰਚਿਆ ਸੀ ਕੋਈ ਇੱਕ ਵੀਲ ਚੇਅਰ ਹੋਵੇ ਇਲੈਕਟ੍ਰਿਕ ਲੈ ਲਓ, ਚਲੋ ਮੈਂ ਜਿਹੜਾ ਰਕਸ਼ਾ ਤੇ ਬਸ ਸਮਾਨ ਲੈਣਾ ਹੁੰਦਾ ਜਾਂ ਮਸਲਾ ਕੋਈ ਚੀਜ਼ ਲੈਣੀ ਹੁੰਦੀ ਰਕਸ਼ਾ ਵਾਲੇ ਨੂੰ ਕਿਰਾਇਆ 1000 ਰੁਪਇਆ ਦੇਣਾ ਪੈਂਦਾ ਵਾ। ਤੇ ਹਾਂ ਹੁਣ 12 ਰੁਪਇਆ ਉਹ ਚੋਰੀ ਕਿੰਨਾ ਲਿਆ ਮੰਗਿਆ ਕਿਰਾਇਆ ਚੋਰੀ? ਇਹ ਰਕਸ਼ਾ ਇਹਦੇ ਵੱਡੇ ਭਾਈ ਦਾ ਵਾ। ਉਹ ਅੱਲਾ ਦੇ ਬੰਦੇ ਹੋ ਇੰਨਾ ਕਿਰਾਇਆ ਲੈਂਦੇ ਇਹਦੇ ਕੋਲੋਂ, ਇਹ ਤਾਂ ਫ੍ਰੀ ਲਈ ਆਇਆ ਕਰੋ। ਮੇਰਾ ਤਾਂ ਨਹੀਂ ਹੈਗਾ, ਤਾਂ ਤੁਸੀਂ ਇਹਨੂੰ ਫ੍ਰੀ ਲੈ ਕੇ ਜਾਇਆ ਕਰੋ। ਅੱਲਾ ਬੰਦਰ ਕੋਲ ਤੁਹਾਡੇ ਕੰਮ ਤੇ ਹੈ। 10 ਮਿੰਟ ਲੇਟ ਹੋ ਜਾਏ ਤਾਂ ਮੈਂ ਕਹਿੰਦਾ ਯਾਰ ਸਮਾਨ ਹੁਣ ਆਖਰ ਮੈਂ ਤੁਰ ਕੇ ਹੀ ਲੈਣਾ ਹੋਵੇ, ਇੱਕ ਇੱਕ ਦੁਕਾਨ ਤੋਂ ਲੈਣਾ ਹੁੰਦਾ, ਤੇ ਉਹ ਲੇਟ ਹੋ ਜਾਵੇ ਨਾ ਤੇ ਅਗਲੇ ਕਹਿੰਦੇ ਭਾਈ ਇੰਨਾ ਟਾਈਮ ਲਾਤਾ ਇੰਨੇ ਪੈਸੇ। ਜਦੋਂ ਇਲੈਕਟ੍ਰਿਕ ਵੀਲ ਚੇਅਰ ਦਾ ਤੁਹਾਡਾ ਕਰਦੇ ਹੋ, ਇੱਕ ਤੇ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਨਾ, ਮੇਰੀ ਅਪੀਲ ਆ ਵੀਰਾਂ ਦੇ ਅੱਗੇ, ਸਾਡਾ ਜਿਹੜਾ ਵੀ ਕੰਮ ਚੱਲਦਾ ਪਿਆ ਪਿੱਛੇ ਉਹ ਸਾਰਿਆਂ ਨੂੰ ਪਤਾ ਵੀ ਡਾਇਲਿਸਿਸ ਸੈਂਟਰ ਦਾ ਕੰਮ ਚੱਲਦਾ ਪਿਆ, ਜੋ ਵੀ ਅੱਲਾ ਦਾ ਸਿਲਸਿਲਾ ਚੱਲਦਾ ਪਿਆ। ਲੇਕਿਨ ਮੇਰੀ ਜਿਹੜੀ ਅਪੀਲ ਆ ਨਾ, ਇਹ ਬੰਦਾ ਬਹੁਤ ਜ਼ਿਆਦਾ ਵਕਤ ਦਾ ਮਾਰਿਆ ਹੋਇਆ, ਪਰੇਸ਼ਾਨ ਹਾਲ ਆ, ਤੇ ਯਕੀਨ ਕਰੋ ਇਹਦਾ ਜਿਹੜੇ ਹਾਲਾਤ ਆ ਨਾ, ਤੁਸੀਂ ਪ੍ਰੈਕਟੀਕਲੀ ਆ ਕੇ ਫਿਜ਼ੀਕਲੀ ਦੇਖੋ ਨਾ, ਤੇ ਬੰਦੇ ਦੇ ਰੌਂਗਟੇ ਖੜੇ ਕਰ ਦੇਣ ਵਾਲੇ। ਔਰ ਜ਼ਿੰਦਾ ਜ਼ਰੂਰ ਆ ਇਨਸਾਨ, ਇਹ ਸਾਹ ਜ਼ਰੂਰ ਲੈ ਰਿਹਾ, ਨਾ ਇਹ ਬਾਂਹ ਹਿਲਾ ਸਕੇ ਨਾ ਇਹ ਲੱਤਾਂ ਹਿਲਾ ਸਕੇ। ਮੈਨੂੰ ਪਤਾ ਸੀ ਸਾਰਾ ਕੁਝ, ਲੇਕਿਨ ਵੀਰੇ ਕਈ ਦਫਾ ਪੁੱਛਦੇ ਸੀ ਕਿ ਵੀਰੇ ਨੂੰ ਕੀ ਹੋਇਆ। ਇਹ ਬੰਦਾ ਆਪਣਾ ਖੱਬਾ ਬਾਜੂ ਨਹੀਂ ਚੱਕ ਸਕਦਾ, ਆਪਣੀ ਲੱਤ ਨਹੀਂ ਸਿੱਧੀ ਕਰ ਸਕਦਾ, ਖੜਾ ਨਹੀਂ ਹੋ ਸਕਦਾ, ਇਹ ਬੰਦਾ ਆਪਣੀ ਮਰਜ਼ੀ ਨਾਲ ਪਾਸਾ ਨਹੀਂ ਲੈ ਸਕਦਾ। ਔਰ ਇਸ ਟਾਈਮ ਇਹਦਾ ਸਿਰਫ ਸੱਜਾ ਹੱਥ ਚੱਲਦਾ, ਔਰ ਅਸੀਂ ਇਨਸ਼ਾਅੱਲਾ ਤਾਲਾ ਸੱਜਾ ਹੱਥ ਵੀ ਇੱਕ ਨਿਮਤ ਆ ਜਿਹੜਾ ਚੱਲਦਾ ਆ। ਔਰ ਇਹਦੇ ਲਈ ਵੀਲ ਚੇਅਰ ਜਿਹੜੀ ਆ ਫੌਰੀ ਅਸ਼ਦ ਜ਼ਰੂਰਤ ਆ। ਅਸੀਂ ਅੱਜ ਤੋਂ ਕੋਈ ਮਹੀਨਾ 2 ਮਹੀਨੇ ਪਹਿਲੇ ਜਦੋਂ ਲਈ ਸੀ, ਉਸ ਟਾਈਮ ਵੀਲ ਚੇਅਰ ਦੀ ਮਾਲੀਅਤ ਸੀ 2,95,000 ਦੇ ਰਾਉਂਡ ਅਬਾਊਟ, ਯਾਨੀ ਲਿਖਾਈ ਪਾ ਪੂ ਕੇ 3 ਲੱਖ ਸੀਗੀ। ਤੇ ਹੁਣ ਦਾ ਮੈਨੂੰ ਕਰੰਟ ਰੇਟ ਨਹੀਂ ਪਤਾ ਹੈ। ਤੁਸੀਂ ਜਿੰਨਾ ਵੀ ਉਹ 'ਚ ਕਰ ਸਕਦੇ ਜੇ ਇਕੱਠੀ ਵੀਲ ਚੇਅਰ ਲੈ ਕੇ ਦੇ ਸਕਦੇ ਆ, ਅਸੀਂ ਤੁਹਾਨੂੰ ਅਕਾਊਂਟ ਨੰਬਰ ਦੇਵਾਂਗੇ ਜਿੱਥੋਂ ਅਸੀਂ ਵੀਲ ਚੇਅਰ ਪਿੰਡੀ ਤੋਂ ਮਗਾਨੇ ਚਕਲਾਲਾ 에ਅਰਬੇਸ ਦੇ ਕੋਲ ਆ। ਤੇ ਬਾਕੀ ਇਹ ਆ ਕਿ ਇਨਸ਼ਾਅੱਲਾ ਤਾਲਾ ਸਭ ਤੋਂ ਪਹਿਲਾ ਕੰਮ ਤੁਹਾਡੇ ਲਈ ਵੀਲ ਚੇਅਰ ਦਾ ਕਰਦੇ ਆ। ਦੂਸਰੇ ਨੰਬਰ ਦਾ ਉਹ ਵੀ ਜ਼ਰੂਰੀ ਕੰਮ ਆ ਸੱਚ, ਦੂਜੇ ਨੰਬਰ ਦਾ ਜ਼ਰੂਰੀ ਕੰਮ ਕੀ ਆ ਕਿ ਇਹਦਾ ਬਾਥਰੂਮ ਨਹੀਂ ਹੈ। ਇਹ ਕਿੱਥੇ ਜਾਵੇ ਜਿਹਦੇ ਕੋਲ ਵਾਸ਼ਰੂਮ ਵੀ ਨਹੀਂ ਹੈ, ਜਿਹੜਾ ਉੱਥੋਂ ਇੱਥੇ ਦੀ ਰਕਸ਼ੇ ਤੇ ਆਇਆ, ਜਿਹੜਾ ਉੱਠਣ ਦੀ, ਖੜਨ ਦੀ, ਤੁਰਨ ਦੀ, ਹੱਥ ਹਿਲਾਉਣ ਦੀ ਕਪੈਸਿਟੀ ਨਹੀਂ ਰੱਖਦਾ, ਉਹ ਕਿੱਦਾਂ ਵਾਸ਼ਰੂਮ ਯੂਜ਼ ਕਰੂਗਾ ਜਦੋਂ ਉਹਦੇ ਕੋਲ ਵਾਸ਼ਰੂਮ ਹੀ ਨਹੀਂ ਹੈ। ਸਭ ਦੂਸਰੇ ਨੰਬਰ ਦਾ ਮੋਸਟਲੀ ਐਕਸ਼ਨ ਜ਼ਰੂਰੀ ਜਿਹੜਾ ਆ। ਤੀਸਰੇ ਨੰਬਰ ਦਾ ਮੋਸਟਲੀ ਐਕਸ਼ਨ ਜ਼ਰੂਰੀ ਜਿਹੜਾ ਕੰਮ ਆ, ਇਹਨਾਂ ਦੇ ਘਰ ਦੀ 4 ਦੀਵਾਰੀ ਨਹੀਂ ਹੈ, ਨਹੀਂ ਕਿਹਾ ਵੀਰੇ ਨੇ ਲੇਕਿਨ ਮੈਨੂੰ ਪਤਾ 4 ਦੀਵਾਰੀ ਨਹੀਂ ਹੈ ਇਹਨਾਂ ਦੇ ਘਰ ਦੀ। ਔਰ ਚੌਥਾ ਜਿਹੜਾ ਮੇਨ ਜ਼ਰੂਰੀ ਕੰਮ ਆ, ਇਹਨਾਂ ਨੇ ਖਾਣਾ ਕਿੱਥੋਂ ਆ, ਇਹਨਾਂ ਨੇ ਕਿਹਨੂੰ ਕਹਿਣਾ ਕਿ ਸਾਨੂੰ ਰੋਟੀ ਦੇ। ਬਾਕੀ ਦੇ ਹਾਲਾਤ ਤੁਹਾਡੇ ਸਾਹਮਣੇ ਆ, ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰੂੰਗਾ, ਅੱਖਾਂ ਨਾਲ ਸਾਰਾ ਕੁਝ ਦੇਖਿਆ ਤੁਸੀਂ, ਲੇਕਿਨ ਇਹਦੇ ਨਾਲ ਖੜਨਾ ਤੁਹਾਡੇ ਈਮਾਨ ਦਾ ਹਿੱਸਾ, ਤੁਹਾਡਾ ਦੀਨ ਇਸ ਚੀਜ਼ ਦੀ ਇਜਾਜ਼ਤ ਦਿੰਦਾ। ਇਨਸਾਨੀਅਤ ਦੇ ਨਾਲ ਖੜਨਾ ਜਿਹੜਾ ਆ, ਇਨਸਾਨੀਅਤ ਜਿਹੜਾ ਆ ਨਾ, ਉਹ ਅੱਲਾਹ ਪਾਕ ਨੂੰ, ਉਹ ਇਨਸਾਨੀਅਤ ਵਾਲਾ ਸੀਨ ਜਿਹੜਾ ਆ ਨਾ, ਉਹ ਅੱਲਾਹ ਪਾਕ ਦੇ ਬਹੁਤ ਜ਼ਿਆਦਾ ਕਰੀਬ ਆ। ਕਿਉਂਕਿ ਬਾਕੀ ਮੇਰੇ ਕੋਲ ਅਲਫਾਜ਼ ਨਹੀਂ ਹੈ ਭਾਈ ਕਿ ਤੁਹਾਡੇ ਲਈ ਮੈਂ ਕੀ ਲਫ਼ਜ਼ ਬੋਲਾਂ। ਤੇ ਬਾਕੀ ਜਿਹੜੀ ਮੈਂ ਤੁਹਾਡੀ ਲਾਈਫ ਪ੍ਰੈਕਟੀਕਲ ਜਾ ਕੇ ਦੇਖਿਆ ਸੀ, ਮੈਂ ਕੁਛ ਨਹੀਂ ਉੱਤੇ ਕਮੈਂਟ ਦੇਣਾ, ਤੇ ਅੱਲਾਹ ਹਦਾਇਤ ਦੇ। ਤੇ ਬਾਕੀ ਤੁਹਾਡੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਇਨਸ਼ਾਅੱਲਾ। ਔਰ ਸਾਡੇ ਬਹੁਤ ਸਾਰੇ ਸਵਾਲ ਹੱਲ ਹੋ ਗਏ ਸ਼ਬਾਜ਼, ਮੇਰੇ ਕਿੰਨੇ ਸਾਰੇ ਸਵਾਲ ਹੱਲ ਹੋ ਗਏ ਕਿ ਮੈਂ ਸ਼ਬਾਜ਼ ਲਈ ਕਰਾਂਗੀ। ਮੇਰੇ ਦਿਮਾਗ 'ਚ ਤਾਂ ਕਈ ਕੁਛ ਹੱਸਦਾ ਪਿਆ ਸੀ, ਲੇਕਿਨ ਅੱਛਾ ਹੋਇਆ ਕਿ ਤੂੰ ਆਇਆ ਸਾਡੇ ਕੋਲ, ਸਾਡੇ ਕਿੰਨੇ ਸਾਰੇ ਸਵਾਲਾਂ ਦਾ ਜਵਾਬ ਸਾਨੂੰ ਮਿਲ ਗਿਆ। ਠੀਕ ਹੈ, ਮਿਹਰਬਾਨੀ। ਇਨਸ਼ਾਅੱਲਾ ਹੁਣ ਤੁਸੀਂ ਜਾ ਸਕਦੇ ਆ, ਅੱਲਾਹ ਪਾਕ ਖੈਰ ਕਰੇਗਾ ਇਨਸ਼ਾਅੱਲਾ। 2 ਵੇਲਿਆਂ ਦਾ 1 ਵੇਲਾ ਆ, ਸੋਹਣਾ ਪਾਕ ਰੱਬ ਜਿਹੜਾ ਆ ਕਾਦਰ ਮੁਤਲਕ ਖੈਰ ਕਰੇਗਾ ਇਨਸ਼ਾਅੱਲਾ। ਓਕੇ ਸਰ।